ਪਾਵਨ ਪਵਿੱਤਰ ਕਲਿਆਣਕਾਰੀ ਸਤਿਗੁਰਾਂ ਦਾ ਇਤਿਹਾਸ। ਗੁਰੂ ਜਸ ਸਰਵਣ ਕਰ ਲਾਹਾ ਪ੍ਰਾਪਤ ਕਰਨਾ ਕਰੀਏ ਜੀ। ਸੋ ਕੱਲ ਦੇ ਦੀਵਾਨਾਂ ਅੰਦਰ ਆਪ ਗੁਰਸਿੱਖ ਸੰਗਤਾਂ ਪ੍ਰਸੰਗ ਸਰਵਣ ਕੀਤਾ ਕਿ ਕਲਗੀਧਰ ਪਾਤਸ਼ਾਹ ਧੰਨ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਦੀ ਬਰਾਤ ਗੁਰੂ ਕੇ ਲਾਹੌਰ ਨਗਰ ਪਹੁੰਚੀ ਹੈ ਅਤੇ ਭਾਈ ਹਰਜਸ ਜੀ ਦੀ ਸਪੁੱਤਰੀ ਸਤਿਗੁਰਾਂ ਦੇ ਮਹਿਲ ਮਾਤਾ ਜੀਤੋ ਜੀ ਦੇ ਨਾਲ ਸਤਿਗੁਰਾਂ ਦਾ ਗੁਰਮਰਜ਼ਾਦਾ ਦੇ ਅਨੁਸਾਰ ਵਿਵਾਹ ਹੋਇਆ, ਲਾਵਾਂ ਦਾ ਪਾਠ ਹੋਇਆ ਅਤੇ ਸਤਿਗੁਰਾਂ ਦੇ ਮਾਤਾ ਜੀ ਦੇ ਨਾਲ, ਮਾਤਾ ਜੀਤੋ ਜੀ ਦੇ ਨਾਲ ਫੇਰੇ ਸੰਪੰਨ ਹੋਏ। ਸਾਰੀ ਬਰਾਤ ਨੂੰ ਭੋਜਨ ਪ੍ਰਸ਼ਾਦਾ ਛਕਾਇਆ ਭਾਈ ਹਰਜਸ ਜੀ ਨੇ। ਰਾਤ ਜੰਝ ਘਰੇ ਵਿਸ਼ਰਾਮ ਕੀਤਾ, ਸਵੇਰ ਹੋਈ ਹੈ। ਨਗਰ ਵਾਸੀ ਸਾਰੀਆਂ ਸੰਗਤਾਂ ਤੇ ਦੁਕਾਨਦਾਰ ਬਾਣੀ ਆਦਿ ਸਤਿਗੁਰਾਂ ਦੇ ਕੋਲ ਆਏ, ਦਰਸ਼ਨ ਦਿਦਾਰੇ ਕਰ ਆਨੰਦਿਤ ਹੋਏ ਤੇ ਸਤਿਗੁਰਾਂ ਨੂੰ ਭੋਜਨ ਵਾਸਤੇ ਨਿਮੰਤਰਣ ਦਿੱਤਾ। ਜਿਹੜੇ ਪ੍ਰਮੁੱਖ 4 ਬਾਜ਼ਾਰ ਵਸੇ ਸਨ ਗੁਰੂ ਕੇ ਲਾਹੌਰ ਵਿੱਚ, ਰੋਪੜੀਏ, ਸਰਹੰਦੀਏ, ਹੁਸ਼ਿਆਰਪੁਰੀਏ ਤੇ ਲਾਹੌਰੀਏ, ਇਹਨਾਂ ਚਾਰਾਂ ਨੇ ਚਾਰੋਂ ਸਮੇਂ ਸਤਿਗੁਰਾਂ ਨੂੰ ਵੱਖ-ਵੱਖ ਭੋਜਨ ਛਕਾਇਆ ਹੈ, ਸਾਰੀ ਬਰਾਤ ਸੰਯੁਗਤ। ਉਪਰੰਤ ਕਿਤਨੇ ਦਿਨ ਸਤਿਗੁਰੂ ਜੀ ਗੁਰੂ ਕੇ ਲਾਹੌਰ ਨਗਰ ਵਿੱਚ ਰਹੇ ਹੈ ਤੇ ਸਾਰੀ ਸੇਵਾ ਦੀ ਜਿਹੜੀ ਹੈ ਉਹ ਨਿਗਰਾਨੀ ਭਾਈ ਹਰਜਸ ਜੀ ਰੱਖ ਰਹੇ ਹੈ। ਕਿਸੇ ਤਰ੍ਹਾਂ ਕੋਤਾਹੀ ਨਾ ਹੋਵੇ ਸਤਿਗੁਰੂ ਤਥਾ ਸਮੁੱਚੀ ਬਰਾਤ ਦੀ। ਹਰ ਤਰ੍ਹਾਂ ਦੇ ਨਾਲ ਭਾਈ ਹਰਜਸ ਜੀ ਸੇਵਾ ਪਏ ਕਮਾ ਰਹੇ ਹੈ। ਇਹ ਪ੍ਰਸੰਗ ਆਪਾਂ ਪਿਛਲੇ ਦੀਵਾਨਾਂ ਅੰਦਰ ਸਰਵਣ ਕਰ ਚੁੱਕੇ ਹਾਂ। ਇਸ ਤੋਂ ਅੱਗੋਂ ਪਾਵਨ ਕਥਾ ਦੀ ਆਰੰਭਤਾ ਹੋ ਰਹੀ ਹੈ। ਕਲਿਆਣਕਾਰੀ ਸਤਿਗੁਰਾਂ ਦਾ ਇਤਿਹਾਸ। ਗੁਰੂ ਜਸ ਸਰਵਣ ਕਰ ਲਾਹਾ ਪ੍ਰਾਪਤ ਕਰਨਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੇਜ ਅਗਰ ਆਈ ਤਬ ਭਾਖਾ। ਭਾਈ ਹਰਜਸ ਜੀ ਦੇ ਗ੍ਰਹਿ ਵਿਖੇ ਜਦ ਅੱਜ ਸਾਰੀ ਬਰਾਤ ਨੇ ਭੋਜਨ ਪ੍ਰਸ਼ਾਦਾ ਛਕਿਆ, ਛਕਣ ਉਪਰੰਤ ਸਾਰੀ ਬਰਾਤ ਜੰਝ ਘਰ ਨੂੰ ਜਾਣ ਲੱਗੀ ਹੈ ਤਾਂ ਜਿਹੜਾ ਬ੍ਰਾਹਮਣ ਸੀ ਉਹ ਸਤਿਗੁਰਾਂ ਦੇ ਸਨਮੁਖ ਆਇਆ ਤੇ ਆ ਕੇ ਕਹਿਣ ਲੱਗਾ, ਸਭ ਤ੍ਰਿਯਨ ਕੀ ਅਭਿਲਾਖਾ। ਕਿ ਹੇ ਸਤਿਗੁਰੂ ਜੀ, ਸਾਰੀਆਂ ਹੀ ਇਸਤਰੀਆਂ ਦੀ ਅਭਿਲਾਖਾ ਹੈ, ਇੱਛਾ ਹੈ। ਗੁਰ ਦੁਲਾਹਾ ਏਤ ਚਲ ਆਵੈ। ਕਿ ਦੁਲਹੇ ਧੰਨ ਕਲਗੀਧਰ ਪਾਤਸ਼ਾਹ ਸਤਿਗੁਰੂ ਜੀ ਇੱਧਰ ਘਰ ਦੇ ਅੰਦਰ ਮਹਿਲਾਂ ਵਿੱਚ ਚੱਲ ਕੇ ਆਉਣ। ਕੁਲ ਰੀਤੀ ਸ਼ਗਨ ਮਨਾਵੈ। ਕੁਲ ਦੀ ਰੀਤ ਕਰਨਾ ਚਾਹੁੰਦੇ ਹੈ ਅਤੇ ਸ਼ੁਭ ਸ਼ਗਨ ਮਨਾਉਣਾ ਚਾਹੁੰਦੇ ਹੈ। ਆਪ ਜੀ ਦੇ ਸੇਵਕ ਹੈ ਭਾਈ ਹਰਜਸ ਜੀ ਦੀ ਸੁਪਤਨੀ, ਫਿਰ ਉਹਨਾਂ ਦੀਆਂ ਅਨਿਆ ਲੜਕੀਆਂ ਆਪ ਜੀ ਦੀਆਂ ਸਾਲੀਆਂ, ਉਹ ਸਾਰੀਆਂ ਹੀ
ਘਰ ਦੇ ਵਿੱਚ ਆਪ ਜੀ ਨੂੰ ਨਿਮੰਤਰਣ ਕਰ ਰਹੀਆਂ ਹਨ, ਸੱਦ ਰਹੀਆਂ ਹਨ। ਏਮ ਕਹਿ ਕਰ ਤਹ ਲੈ ਚਾਲਾ। ਇਸ ਤਰ੍ਹਾਂ ਕਹਿ ਕੇ ਇਹ ਬ੍ਰਾਹਮਣ ਸਤਿਗੁਰਾਂ ਨੂੰ ਨਾਲ ਲੈ ਕੇ ਤੇ ਘਰ ਵੱਲ ਨੂੰ ਚੱਲ ਪਿਆ। ਜਹ ਮਿਲੀ ਏਕ ਥਲ ਬਾਲਾ। ਜਿੱਥੇ ਸਾਰੀਆਂ ਬਾਲਾ ਇਸਤਰੀਆਂ ਇੱਕ ਥਾਂ ਤੇ ਮਿਲੀਆਂ ਹੋਈਆਂ, ਇਕੱਠੀਆਂ ਹਨ ਘਰ ਵਿੱਚ। ਹਸ ਗਾਏ ਆਨੰਦ ਬਿਲੰਦੈ। ਖੁਸ਼ ਤਥਾ ਪ੍ਰਸੰਨ ਹੋ ਕੇ ਬੜੇ ਆਨੰਦ ਨਾਲ ਜੋ ਗੀਤ ਗਾ ਰਹੀਆਂ। ਦ੍ਰਿਗ ਦਲ ਅਰਬਿੰਦ ਮਨਿੰਦੈ। ਤੇ ਜਿਨ੍ਹਾਂ ਦੇ ਨੇਤਰ ਕਵਲ ਦੀਆਂ ਪੰਖੜੀਆਂ ਦੇ ਸਦਰਸ਼ ਹਨ। ਸਵਈਆ ਦੇਖ ਸਰੂਪ ਬਸ਼ੇਖ ਹੀ ਦੁਲਹਾ। ਜਿਸ ਵੇਲੇ ਦੁਲਹੇ ਧੰਨ ਕਲਗੀਧਰ ਪਾਤਸ਼ਾਹ ਸਤਿਗੁਰੂ ਜੀ ਮਹਿਲਾਂ ਵੱਲ ਨੂੰ ਗਏ ਐ ਤੇ ਸਤਿਗੁਰਾਂ ਦਾ ਸੌਂਦਰਯ ਸਰੂਪ ਵੇਖਿਆ। ਆਨੰਦ ਤੇ ਬਤਰਾਵਤ ਹੈ। ਤੇ ਆਨੰਦ ਵਿੱਚ ਭਿੱਜੀਆਂ ਇਸਤਰੀਆਂ, ਸਖੀਆਂ, ਸਹੇਲੀਆਂ ਆਪਸ ਦੇ ਵਿੱਚ ਇੱਕ ਦੂਜੀ ਨੂੰ ਸੁਣਾਉਂਦੀਆਂ ਤੇ ਕਹਿੰਦੀਆਂ। ਸੁੰਦਰ ਅੰਗ ਪ੍ਰਲੰਬ ਪੁਜਾ। ਇਹ ਸਖੀ ਜੋ ਦੁਲਹੇ ਹੈ ਧੰਨ ਕਲਗੀਧਰ ਪਾਤਸ਼ਾਹ ਜੀ, ਉਹਨਾਂ ਦਾ ਸਾਰਾ ਹੀ ਸਰੂਪ ਬੜਾ ਸੁੰਦਰ ਹੈ ਤੇ ਪ੍ਰਲੰਬ ਭੁਜਾ, ਜਿਨ੍ਹਾਂ ਦੀਆਂ ਭੁਜਾਵਾਂ ਬਾਹਾਂ ਗੋਡਿਆਂ ਤੱਕ ਲੰਮੀਆਂ। ਅਰ ਬ੍ਰਿੰਦ ਬਿਲੋਚਨ ਭਾਵਤ ਹੈ। ਤੇ ਕਵਲ ਵਰਗੇ ਉਹਨਾਂ ਦੇ ਨੇਤਰ ਹੈ, ਬੜੇ ਮਨ ਨੂੰ ਭਾਉਂਦੇ ਹੈ, ਬੜੇ ਚੰਗੇ ਲੱਗਦੇ ਉਹਨਾਂ ਦੇ ਸੁੰਦਰ ਨੇਤਰ। ਕੀਚਤ ਜਾਣਤ ਹੈ ਗੁਰ ਪੂਰਨ। ਕਈ ਜਿਹੜੀਆਂ ਇਸਤਰੀਆਂ ਉਹ ਜਾਣਦੀਆਂ ਹੈ ਕਿ ਸਤਿਗੁਰੂ ਜੀ ਪੂਰਨ ਹਨ, ਉਸ ਪਰਬ੍ਰਹਮ ਸਰੂਪ ਦੇ ਹੀ ਅਵਤਾਰ ਜਗਤ ਵਿੱਚ ਆਏ ਹੈ। ਹੇਰਤ ਸੀਸ ਨਿਵਾਵਤ ਹੈ। ਤੇ ਵੇਖ ਕੇ ਸਤਿਗੁਰਾਂ ਨੂੰ ਸੀਸ ਨਿਵਾਉਂਦੀਆਂ, ਨਮਸਕਾਰਾਂ ਕਰਦੀਆਂ। ਹਾਸ ਬਿਲਾਸ ਪ੍ਰਕਾਸ਼ ਕਰੈ ਇੱਕ। ਇੱਕ ਜਿਹੜੀਆਂ ਇਸਤਰੀਆਂ ਉਹ ਸੰਸਾਰਕ ਸੰਬੰਧ ਦੇ ਅਨੁਸਾਰ ਕਿ ਸਾਡੇ ਇਹ ਹੁਣ ਜੀਜਾ ਜੀ ਲੱਗਦੇ ਆ, ਤੇ ਅਨੇਕ ਤਰ੍ਹਾਂ ਦੇ ਹਾਸ ਵਿਲਾਸ ਦੇ ਬਚਨ ਸਤਿਗੁਰਾਂ ਦੇ ਨਾਲ ਕਰਦੀਆਂ। ਪ੍ਰੇਮ ਭਰੀ ਬਲ ਜਾਵਤ ਹੈ। ਪ੍ਰੇਮ ਵਿੱਚ ਭਿੱਜੀਆਂ ਹੋਈਆਂ ਸਤਿਗੁਰਾਂ ਤੋਂ ਬਲਿਹਾਰ ਜਾ ਰਹੀਆਂ, ਸਦਕੇ ਵਾਰਣੇ ਜਾ ਰਹੀਆਂ। ਹਾਕਲ ਛੰਦ ਜਿਮ ਜੀਤ ਕੋਇਰ ਤਨ ਰੂਰਾ। ਗੱਲਾਂ ਕਰਦੀਆਂ ਆਪਸ ਵਿੱਚ ਸਖੀਆਂ। ਇਹ ਸਖੀ ਜਿਸ ਤਰ੍ਹਾਂ ਸਤਿਗੁਰਾਂ ਦੇ ਮਹਿਲ ਦਾ ਨਾਮ ਲੈਂਦੀਆਂ ਕਿ ਮਾਤਾ ਜੀਤੋ ਜੀ ਦਾ ਜਿਸ ਤਰ੍ਹਾਂ ਦਾ ਸੁੰਦਰ ਸਰੂਪ ਹੈ, ਤਿਮ ਦੁਲਹ ਬਾਰ ਗੁਰ ਪੂਰਾ। ਇਸੇ ਤਰ੍ਹਾਂ ਦੁਲਹੇ ਕਲਗੀਧਰ ਪਾਤਸ਼ਾਹ ਸਤਿਗੁਰਾਂ ਦਾ ਵੀ ਜਿਹੜਾ ਸਰੂਪ ਹੈ ਉਹ ਬੜਾ ਸੁੰਦਰ ਹੈ ਤੇ ਪੂਰਨ ਗੁਰੂ ਹੈ। ਇਹ ਸੁੰਦਰ ਇੱਕ ਸਮਝੋਰੀ। ਇਹ ਜੋੜੀ ਬੜੀ ਸੁੰਦਰ ਤੇ ਇੱਕ ਬਰਾਬਰ ਹੈ। ਇਹ ਜੋੜੀ ਬਹੁਤ ਜੁੜੀ ਹੈ, ਬਹੁਤ ਫੱਬੀ ਹੈ। ਮਿਲ ਜੀਵਾ ਬਰਖ ਕਰੋਰੀ। ਤੇ ਕਰੋੜਾਂ ਸਾਲ ਇਹ ਜੋੜੀ ਜੀਵੇ। ਇਹ ਜਿਹੜੀ ਜੋੜੀ ਹੈ ਬੜੀ ਸੁੰਦਰ ਫੱਬੀ ਹੈ ਤੇ ਯੁੱਗ ਚਾਰ ਜੀਓ ਇਹੋ ਜੋੜੀ। ਇਹ 4 ਯੁੱਗਾਂ ਤੱਕ ਜੋੜੀ ਜੀਵੇ। ਬੜ ਭਾਗਨ ਹੋਏ ਗੁਰਦਾਸੀ। ਇਹ ਸਤਿਗੁਰਾਂ ਦੀ ਜੋ ਦਾਸੀ ਬਣੀ ਹੈ ਮਾਤਾ ਜੀਤੋ ਜੀ, ਬਹੁਤ ਵੱਡਿਆਂ ਭਾਗਾਂ ਵਾਲੇ ਹੈ। ਫਲ ਭਇਓ ਤਪੇ ਤਪ ਰਾਸੀ। ਬੜੇ ਵੱਡੇ ਤਪ ਤਾਏ ਪੂਰਵ ਜਨਮਾਂ ਦੇ ਵਿੱਚ ਮਾਤਾ ਜੀਤੋ ਜੀ ਨੇ
ਬਹੁਤ ਵੱਡੀ ਤਪੱਸਿਆ ਤਾਈ, ਬੜੇ ਵੱਡੇ ਤਪ ਤਾਏ, ਤੇ ਉਹਨਾਂ ਤਪਾਂ ਦਾ ਫਲ ਸਰੂਪ ਮਾਤਾ ਜੀ ਨੂੰ ਪ੍ਰਾਪਤ ਹੋਇਆ ਹੈ। ਜਿਮ ਚਿਤਰਾ ਸਾਰ ਸਮੇਤਾ, ਕਿ ਕਲਗੀਧਰ ਪਾਤਸ਼ਾਹ ਜੀ ਇਹਨਾਂ ਨੂੰ ਵਰ ਸਰੂਪ, ਪਤੀ ਸਰੂਪ ਦੇ ਵਿੱਚ ਪ੍ਰਾਪਤ ਹੋਏ ਹਨ। ਇਸ ਤਰ੍ਹਾਂ ਸਤਿਗੁਰਾਂ ਤੇ ਮਾਤਾ ਜੀਤੋ ਜੀ ਦੀ ਜੋੜੀ ਸ਼ੋਭਦੀ ਹੈ। ਜਿਸ ਤਰ੍ਹਾਂ ਕਹਿੰਦੇ ਚਿਤਰਾ ਸਾਰ ਸਮੇਤਾ, ਜਿਵੇਂ ਚਿਤਰਾ ਜਿਹੜੀ ਚੰਦਰਮਾ ਦੀ ਸੁਪਤਨੀ ਹੈ, ਚਿਤਰਾ ਵੀ ਉਹਨੂੰ ਕਹਿ ਦਿੰਦੇ ਆ ਤੇ ਤਾਰਾ ਵੀ ਉਹਨੂੰ ਕਹਿ ਦਿੰਦੇ ਆ। ਤਾਰਾ ਉਹਦਾ ਨਾਮ ਤਾਰਾ ਅਥਵਾ ਚਿਤਰਾ। ਸੋ ਜਿਵੇਂ ਚੰਦਰਮਾ ਦੀ ਜਿਹੜੀ ਇਸਤਰੀ ਚਿਤਰਾ ਹੈ, ਸਾਰ ਸ੍ਰਿਸ਼ਟਤਾਈ ਦੇ ਸਹਿਤ ਦੁਤ ਬ੍ਰਿੰਦ ਚੰਦ ਸੁਧ ਹਿਤਾ, ਤੇ ਬਹੁਤ ਸ਼ੋਭਾ ਦਾ ਘਰ ਜੋ ਚੰਦਰਮਾ ਹੈ, ਜਿਸ ਚੰਦਰਮਾ ਦੇ ਨਾਲ ਚਿਤਰਾ ਦਾ ਬੜਾ ਹੇਤ ਹੈ, ਬੜਾ ਪਿਆਰ ਹੈ, ਬੜਾ ਸਨੇਹ ਹੈ। ਇਸੇ ਤਰ੍ਹਾਂ ਮਾਤਾ ਜੀਤੋ ਜੀ ਦਾ ਕਲਗੀਧਰ ਪਾਤਸ਼ਾਹ ਜੀ ਨਾਲ ਸਨੇਹ ਹੈ, ਤੇ ਇਹ ਸਨੇਹ ਜੁਗਾਂ ਤੀਕ ਇਸੇ ਤਰ੍ਹਾਂ ਬਰਕਰਾਰ ਰਹੇ। ਘਨ ਸ਼ਾਮ ਸਾਥ ਸਤ ਭਾਮਾ, ਜਿਸ ਤਰ੍ਹਾਂ ਸਤ ਭਾਮਾਂ ਦਾ ਘਨਸ਼ਿਆਮ ਦੇ ਨਾਲ, ਭਗਵਾਨ ਕ੍ਰਿਸ਼ਨ ਜੀ ਦੇ ਨਾਲ ਸਤ ਭਾਮਾਂ ਦਾ ਸਨੇਹ ਹੈ, ਪਿਆਰ ਹੈ। ਜਿਮ ਮਿਲੀ ਰਹਿਤ ਸੁਖ ਧਾਮਾ, ਤੇ ਸੁਖਾਂ ਦੇ ਧਾਮ, ਸੁਖਾਂ ਦੇ ਘਰ ਭਗਵਾਨ ਕ੍ਰਿਸ਼ਨ ਜੀ ਦੇ ਨਾਲ ਜਿਵੇਂ ਸਤ ਭਾਮਾ ਮਿਲੀ ਰਹਿੰਦੀ ਹੈ, ਸਨੇਹ ਹੈ, ਇਸ ਤਰ੍ਹਾਂ ਹੀ ਸਨੇਹ ਮਾਤਾ ਜੀਤੋ ਜੀ ਦਾ ਕਲਗੀਧਰ ਪਾਤਸ਼ਾਹ ਜੀ ਦੇ ਨਾਲ ਜੁਗਾਂ ਜੁਗਾਂ ਤੀਕ ਬਣਿਆ ਰਹੇ। ਤੇ ਜਿਸ ਤਰ੍ਹਾਂ ਸਤ ਭਾਮਾ ਜੀ ਭਗਵਾਨ ਕ੍ਰਿਸ਼ਨ ਜੀ ਦੇ ਨਾਲ ਬੈਠੇ ਸ਼ੋਭਦੇ ਹੈ, ਇਸੇ ਤਰ੍ਹਾਂ ਮਾਤਾ ਜੀਤੋ ਜੀ ਕਲਗੀਧਰ ਪਾਤਸ਼ਾਹ ਜੀ ਨਾਲ ਬੈਠੇ ਸ਼ੋਭਾ ਪਾਉਂਦੇ ਹੈ। ਗੁਰ ਪੂਰਨ ਸੋ ਤਿਮ ਜੀਤੋ, ਪੂਰਨ ਗੁਰੂ ਧੰਨ ਕਲਗੀਧਰ ਪਾਤਸ਼ਾਹ ਜੀ ਦੇ ਨਾਲ ਇਸੇ ਤਰ੍ਹਾਂ ਮਾਤਾ ਜੀਤੋ ਜੀ ਸ਼ੋਭ ਰਹੇ ਹੈ। ਜਿਵੇਂ ਕ੍ਰਿਸ਼ਨ ਭਗਵਾਨ ਜੀ ਨਾਲ ਬੈਠੇ ਖੱਬੇ ਪਾਸੇ ਸਤ ਭਾਮਾ ਜੀ ਸ਼ੋਭਦੇ ਹੈ। ਬਹੁ ਸ਼ੋਭੈ ਹੈ ਆਨੰਦ ਚੀਤੋ, ਤੇ ਆਨੰਦ ਚੀਤੋ, ਚਿੱਤ ਵਿੱਚ ਬੜਾ ਆਨੰਦ ਹੋ ਰਿਹਾ ਹੈ, ਬਹੁਤ ਪ੍ਰਸੰਨਤਾ ਹੋ ਰਹੀ ਹੈ ਕਿ ਇਹ ਜੋੜੀ ਬੜੀ ਸ਼ੋਭ ਰਹੀ ਹੈ, ਬੜੀ ਸੁੰਦਰ ਲੱਗ ਰਹੀ ਹੈ। ਜਿਮ ਰਾਮਚੰਦ ਅਰ ਸੀਤਾ, ਜਿਸ ਤਰ੍ਹਾਂ ਭਗਵਾਨ ਸ੍ਰੀ ਰਾਮਚੰਦਰ ਜੀ ਅਤੇ ਜਿਸ ਤਰ੍ਹਾਂ ਮਾਤਾ ਸੀਤਾ ਜੀ, ਇਹ ਜੋੜੀ ਸ਼ੋਭਾ ਪਾਉਂਦੀ ਸੀ ਤ੍ਰੇਤੇ ਯੁੱਗ ਦੇ ਅਵਤਾਰ ਭਗਵਾਨ ਰਾਮ ਜੀ ਦੀ। ਸੋ ਜਿਸ ਤਰ੍ਹਾਂ ਭਗਵਾਨ ਰਾਮਚੰਦਰ ਤੇ ਮਾਤਾ ਸੀਤਾ ਜੀ ਅਯੁੱਧਿਆ ਦੇ ਰਾਜ ਸਿੰਘਾਸਨ ਤੇ ਬੈਠੇ ਸ਼ੋਭਾ ਪਾਉਂਦੇ ਹੈ। ਨਿਜ ਪ੍ਰੇਮ ਨਿਬਾਹਨ ਕੀਤਾ, ਤੇ ਜਿਨ੍ਹਾਂ ਨੇ ਆਪਣਾ ਪ੍ਰੇਮ ਸਿਰ ਲੋ ਨਿਭਾਇਆ ਹੈ, ਭਗਵਾਨ ਰਾਮਚੰਦਰ ਜੀ ਤੇ ਮਾਤਾ ਸੀਤਾ ਜੀ ਨੇ। ਇਹ ਹੈ ਨਾ, ਰਘੁਬਰ ਬਿਨ ਸੀਆ ਨਾ ਜੀਐ, ਸੀਆ ਬਿਨ ਜੀਐ ਨਾ ਰਾਮ। ਸੋ ਜਿਸ ਤਰ੍ਹਾਂ ਭਗਵਾਨ ਰਾਮਚੰਦਰ ਤੇ ਮਾਤਾ ਸੀਤਾ ਜੀ ਦਾ ਸਨੇਹ ਨਿਭਿਆ ਤੇ ਉਹ ਜੋੜੀ ਸ਼ੋਭਦੀ ਹੈ, ਉਸੇ ਤਰ੍ਹਾਂ ਕਲਗੀਧਰ ਪਾਤਸ਼ਾਹ ਸਤਿਗੁਰਾਂ ਦੀ ਮਾਤਾ ਜੀਤੋ ਜੀ ਦੇ ਨਾਲ ਜੋੜੀ ਸ਼ੋਭਦੀ ਹੈ ਤੇ ਪ੍ਰੇਮ ਇਸੇ ਤਰ੍ਹਾਂ ਨਿਭ ਜਾਵੇ। ਚਾਖ ਚਪਲ ਚਾਰ ਸੀ ਚਾਰੂ, ਜਿਨ੍ਹਾਂ ਦੇ ਨੇਤਰ ਬੜੇ ਚੰਚਲ ਹੈ ਤੇ ਸਰੂਪ ਜਿਨ੍ਹਾਂ ਦੇ ਬੜੇ ਸੁੰਦਰ ਹੈ, ਐਸੀਆਂ ਜਿਹੜੀਆਂ ਚਤੁਰ ਇਸਤਰੀਆਂ ਚਿਤਵੰਤ ਰੂਪ ਸੋ ਕੁਮਾਰੂ, ਸੋ ਕੁਮਾਰ ਕਲਗੀਧਰ ਪਾਤਸ਼ਾਹ ਜੀ ਦੇ ਸੌਂਦਰਯ ਸਰੂਪ ਨੂੰ ਚਿਤਵਦੀਆਂ। ਇਮ ਬੋਲਤ ਸ਼ਗੁਨ ਮਨਾਏ, ਇਸ ਤਰ੍ਹਾਂ ਬੋਲਦਿਆਂ ਜਿਹੜੇ ਸ਼ੁਭ ਸਗੁਣ ਹੈ
ਉਹ ਮਨਾਏ ਐ। ਗੁਰ ਕੋ ਪੇਖ ਆਨੰਦ ਉਪਾਏ। ਸਤਿਗੁਰਾਂ ਨੂੰ ਵੇਖ ਵੇਖ ਬੜਾ ਆਨੰਦ ਪੈਦਾ ਹੋ ਰਿਹਾ, ਹਿਰਦੇ ਵਿੱਚ ਬੜੀ ਖੁਸ਼ੀ ਹੈ ਇਸਤਰੀਆਂ ਦੇ। ਚਾਹੂੰ ਔਰ ਮਿਲੀ ਸਮੁਦਾਏ। ਚਾਰ ਚੁਫੇਰੇ ਇਕੱਠੀਆਂ ਹੋਈਆਂ ਸਮੂਹ ਇਸਤਰੀਆਂ ਕਲਗੀਧਰ ਪਾਤਸ਼ਾਹ ਸਤਿਗੁਰਾਂ ਨੂੰ ਘੇਰਾ ਪਾ ਲਿਆ ਹੋਇਆ, ਕਿਉਂਕਿ ਕਲਗੀਧਰ ਪਾਤਸ਼ਾਹ ਜੀ ਹੀ ਗਏ ਹੈ ਤੇ ਮਾਮਾ ਕਿਰਪਾਲ ਚੰਦ ਜੀ ਵੀ ਜਿਹੜੇ ਆ ਉਹ ਵੀ ਹਲੇ ਨਾਲ ਨਹੀਂ ਹੈ। ਜੇ ਨਾਲ ਹਨ ਤਾਂ ਕੇਵਲ ਭੂਆ ਪੁੱਤਰ ਭਰਾ ਭਾਈ ਸੰਗੋ ਸਾਹ ਜੀ ਨਾਲ ਗਏ, ਹਾਣੀ ਹੈ ਨਾ ਸਤਿਗੁਰਾਂ ਦੇ, ਉਹ ਨਾਲ ਗਏ। ਬਾਕੀ ਸਾਰੇ ਬਰਾਤੀਏ ਜੰਝ ਘਰ ਨੂੰ ਚਲੇ ਗਏ ਆ। ਤੇ ਕਲਗੀਧਰ ਪਾਤਸ਼ਾਹ ਸਤਿਗੁਰੂ ਜੀ ਇਸਤਰੀਆਂ ਦੇ ਵਿੱਚ ਘਿਰੇ ਹੋਏ ਆ। ਚਾਰ ਚੁਫੇਰੇ ਇਸਤਰੀਆਂ ਘੇਰਾ ਪਾ ਖਲੋਤੀਆਂ। ਲੱਖ ਮਹਿਮਾ ਸੀਸ ਨਿਵਾਏ। ਤੇ ਕਈ ਮਖੌਲ ਠੱਠਾ ਕਰ ਰਹੀਆਂ ਹਨ ਤੇ ਕਈ ਭਾਵਨਾ ਵਾਲੀਆਂ ਜਿਹੜੀਆਂ ਗੁਰੂ ਦੀ ਮਹਿਮਾ ਨੂੰ ਜਾਣਦੀਆਂ ਹਨ ਕਿ ਇਹ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਆਸਣ ਤੇ ਸੁਸ਼ੋਭਿਤ ਉਹੀ ਜੋਤ ਇਹਨਾਂ ਵਿੱਚ ਵਿਰਾਜ ਰਹੀ ਹੈ। ਉਹ ਸਿਰ ਨਿਵਾਉਂਦੀਆਂ, ਉਹ ਨਤਮਸਤਕ ਹੁੰਦੀਆਂ। ਸਵਈਆ ਸਾਸ ਤਬੈ ਬੜ ਭਾਗ ਭਰੀ। ਵੱਡਿਆਂ ਭਾਗਾਂ ਦੇ ਨਾਲ ਭਰੀ ਹੋਈ ਜਿਹੜੀ ਸਤਿਗੁਰਾਂ ਦੀ ਸੱਸ ਮਾਤਾ ਹੈ, ਭਾਈ ਹਰਜਸ ਜੀ ਦੀ ਸੁਪਤਨੀ। ਨਿਜ ਅੰਕ ਬਿਠਾਏ ਸਨੇਹ ਮਹਾਨਾ। ਉਹਨਾਂ ਨੇ ਸਤਿਗੁਰਾਂ ਨੂੰ ਆਪਣੀ ਗੋਦੀ ਵਿੱਚ ਬਿਠਾਇਆ, ਆਪਣੇ ਕੋਲ ਬਿਠਾਇਆ ਤੇ ਬੜਾ ਸਨੇਹ ਕੀਤਾ, ਬੜਾ ਪਿਆਰ ਕੀਤਾ। ਸੀਸ ਪੈ ਹਾਥ ਕੋ ਫੇਰਾ ਸਰਾਹਤ। ਪੁੱਤਰਵਤ ਸਨੇਹ ਕਰਦਿਆਂ ਸਿਰ ਤੇ ਹੱਥ ਫੇਰਦੇ ਹੋਏ ਸਲਾਹ ਰਹੇ ਆ ਮਾਤਾ ਜੀ। ਈਠ ਲੱਗੈ ਨਹਿ ਭੈ ਮਨ ਮਾਨਾ। ਤੇ ਮਨ ਦੇ ਵਿੱਚ ਭੈ ਵੀ ਮੰਨਿਆ ਕਿ ਮੇਰੇ ਸੋਹਣੇ ਸੁੰਦਰ ਜਵਾਈ ਨੂੰ ਕੋਈ ਡੀਠ ਨਾ ਲੱਗ ਜਾਵੇ, ਕੋਈ ਨਜ਼ਰ ਨਾ ਲੱਗ ਜਾਵੇ। ਸਾਰੀਆਂ ਸਾਰੀਆਂ ਹੋਇ ਬਲਿਹਾਰੀਆਂ। ਤੇ ਸਾਰੀਆਂ ਸਾਲੀਆਂ ਵੀ ਇਕੱਠੀਆਂ ਹੋਈਆਂ ਉਹ ਵੀ ਸਤਿਗੁਰਾਂ ਦੇ ਸੌਂਦਰਯ ਸਰੂਪ ਤੋਂ ਬਲਿਹਾਰ ਜਾ ਰਹੀਆਂ ਹਨ। ਗਾਰੀਆਂ ਹਾਸ ਕਰੈ ਬਿਦ ਨਾਨਾ। ਤੇ ਅਨੇਕ ਤਰ੍ਹਾਂ ਦੇ ਨਾਲ ਸਿੱਠਣੀਆਂ ਦੇ ਰਹੀਆਂ, ਅਨੇਕ ਤਰ੍ਹਾਂ ਦੇ ਨਾਲ ਹਾਸਾ ਠੱਠਾ ਮਖੌਲ ਕਲਗੀਧਰ ਪਾਤਸ਼ਾਹ ਜੀ ਨੂੰ ਕਰ ਰਹੀਆਂ ਹਨ। ਤੇ ਸਤਿਗੁਰੂ ਪਾਤਸ਼ਾਹ ਆਪਣੀ ਮਰਜ਼ਾਦਾ ਵਿੱਚ ਬਰਕਰਾਰ, ਸਤਿਗੁਰੂ ਜੀ ਅਟੋਲ ਤੇ ਮੰਦ ਮੰਦ ਹੌਲੀ ਹੌਲੀ ਮੁਸਕਰਾਉਂਦੇ ਹੋਏ ਸਜੇ ਹੋਏ ਹਨਗੇ। ਤੇ ਇਸੇ ਤਰ੍ਹਾਂ ਸਾਰੀਆਂ ਸਾਲੀਆਂ ਬੜਾ ਠੱਠਾ ਮਖੌਲ ਹਾਸਾ ਪਈਆਂ ਕਰ ਰਹੀਆਂ ਹਨ। ਤੇ ਸਗੋਂ ਸਤਿਗੁਰਾਂ ਦੀ ਸੱਸ ਮਾਤਾ ਜੀ ਜਾਂ ਹੋਰ ਜਿਹੜੀਆਂ ਸਿਆਣੀਆਂ ਤ੍ਰਿਮਤਾਂ ਹਨ, ਉਹ ਇਹਨਾਂ ਜਵਾਨ ਕੁੜੀਆਂ ਨੂੰ ਸਮਝਾਉਂਦੀਆਂ ਕਿ ਕੋਈ ਆਮ ਨਹੀਂ ਹਨਗੇ, ਇਹ ਪੂਰਨ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਆਸਣ ਤੇ ਸਜੇ ਉਹੀ ਸਰੂਪ ਹਨ। ਤੇ ਇਸ ਤਰ੍ਹਾਂ ਦਾ ਹਾਸਾ ਠੱਠਾ ਮਖੌਲ ਇਹਨਾਂ ਨੂੰ ਕਰਨਾ ਤੁਹਾਡਾ ਬਣ ਨਹੀਂ ਆਉਂਦਾ। ਪਰ ਚੰਚਲ ਹਨਗੀਆਂ, ਚੰਚਲਤਾਈ ਨਾਲ ਸਤਿਗੁਰਾਂ ਨਾਲ ਹਾਸਾ ਠੱਠਾ ਮਖੌਲ ਕਰ ਰਹੀਆਂ ਹਨ। ਪਰ ਬਖਸ਼ਿੰਦ ਪਾਤਸ਼ਾਹ ਸਤਿਗੁਰੂ ਜੀ ਅਡੋਲ ਮੰਦ ਮੰਦ ਮੁਸਕਰਾਉਂਦੇ ਹੋਏ ਸਜੇ ਐ। ਬੋਲਤ ਮਾਧੁਰ ਪ੍ਰੇਮ ਧਰੇ ਔਰ। ਫਿਰ ਪ੍ਰੇਮ ਵਿੱਚ ਭਿੱਜੀਆਂ ਹੋਈਆਂ ਬੜੇ ਮਧੁਰੇ ਮਿੱਠੇ ਮਿੱਠੇ ਬੋਲ ਬੋਲਦੀਆਂ। ਸ੍ਰੀ ਗੁਰ ਜੋਗ ਹੀ ਤਾਹੇ ਬਖਾਨਾ। ਅਤੇ ਕਹਿ ਰਹੀਆਂ ਕਿ ਸੁਨਿਸ਼ਚਿਤ ਹੀ ਅੱਜ ਇਹ ਦਰਸ਼ਨ ਕਰਕੇ ਤੇ ਜਾਣ ਲਿਆ ਕਿ ਮਾਤਾ ਜੀਤੋ ਜੀ ਇਹਨਾਂ ਦੇ ਯੋਗ ਹੈ, ਇਹਨਾਂ ਦੇ ਲਾਇਕ ਹੈ, ਕਿਉਂਕਿ ਉਹਨਾਂ ਦਾ ਸੁਭਾਅ ਵੀ ਸਾਡੇ ਨਾਲ ਹੀ ਰਹਿੰਦੇ ਰਹੇ ਹੈ। ਮਾਤਾ ਜੀਤੋ ਜੀ, ਉਹਨਾਂ ਦਾ ਸੁਭਾਅ ਵੀ ਬੜਾ ਸ਼ਾਂਤ ਹੈ, ਬੜਾ
ਅਡੋਲ ਹੈ, ਚੰਚਲਤਾਈ ਨਹੀਂ ਉਹਨਾਂ ਦੇ ਵਿੱਚ, ਬੜੇ ਸਹਿਜ ਤੇ ਧੀਰਜ ਦੇ ਧਾਰਨੀ ਹੈ। ਸੋ ਉਹਨਾਂ ਜੈਸਾ ਹੀ ਉਹਨਾਂ ਨੂੰ ਵਰ ਪ੍ਰਾਪਤ ਹੋਇਆ। ਧੰਨ ਕਲਗੀਧਰ ਪਾਤਸ਼ਾਹ ਸਤਿਗੁਰਾਂ ਦੇ ਜੋਗ ਹੀ ਹਨ ਮਾਤਾ ਜੀਤੋ ਜੀ। ਯੋ ਮਿਲ ਕੈ ਸਭ ਕੋ ਸ਼ੁਭ ਰੀਤ। ਇਸ ਤਰ੍ਹਾਂ ਸਾਰਿਆਂ ਨੂੰ ਸ਼ੁਭ ਰੀਤ ਮਰਜ਼ਾਦਾ ਦੇ ਨਾਲ ਕਲਗੀਧਰ ਪਾਤਸ਼ਾਹ ਜੀ ਨੇ ਮਿਲਣਾ ਕੀਤਾ ਹੈ। ਵਿਲਾਸਤ ਹਾਸ ਕਰੈ ਮਨ ਭਾਏ। ਅਤੇ ਮਨ ਭਾਉਂਦੇ ਜਿਹੜੇ ਹਾਸ ਵਿਲਾਸ ਹੈ ਉਹ ਇਸਤਰੀਆਂ ਨੇ ਕਰਨਾ ਕੀਤੇ ਹੈ। ਜਾਨ ਸਮੈ ਨਿਕਸੇ ਤਬ ਹੋ। ਤਾਂ ਜਾਣ ਸਮੇਂ ਜਦੋਂ ਫਿਰ ਜਾਣ ਦਾ ਸਮਾਂ ਲਖਿਆ ਤਾਂ ਫਿਰ ਸਤਿਗੁਰੂ ਜੀ ਉੱਠ ਕੇ ਤੇ ਘਰ ਤੋਂ ਬਾਹਰ ਨੂੰ ਚੱਲ ਪਏ ਹੈ। ਜਨਵਾਸ ਵਿਖੈ ਕਲਗੀ ਧਰ ਆਏ। ਕਲਗੀਧਰ ਪਾਤਸ਼ਾਹ ਸਤਿਗੁਰੂ ਜੀ ਭਰਾਤਾ ਸੰਗੋ ਸ਼ਾਹ ਜੀ ਦੇ ਨਾਲ ਜੰਝ ਘਰ ਨੂੰ ਆ ਗਏ ਹੈ। ਬੈਠ ਸਿੰਘਾਸਨ ਪੀਠ ਸੁਹਾਵਤ। ਸਿੰਘਾਸਣ ਦੀ ਪਿੱਠ ਤੇ ਬੈਠੇ ਸ਼ੋਭਾ ਪਾ ਰਹੇ ਹੈ। ਆਵਤ ਭੇ ਸਭ ਸੀਸ ਨਿਵਾਏ। ਤੇ ਹੋਰ ਵੀ ਜਿਹੜੇ ਹੈ ਗੁਰਸਿੱਖ ਸੰਗਤਾਂ ਪਤਾ ਲੱਗਾ ਕਿ ਸਤਿਗੁਰੂ ਜੀ ਜੰਝ ਘਰ ਵਿੱਚ ਪਹੁੰਚ ਗਏ ਹੈ ਤੇ ਗੁਰਾਂ ਦੇ ਦਰਸ਼ਨਾਂ ਵਾਸਤੇ ਨਗਰ ਵਾਸੀ ਸੰਗਤਾਂ ਜਿਹੜੀਆਂ ਹਨ ਉਹ ਬੜੀ ਉਤਾਵਲਤਾ ਦੇ ਨਾਲ ਆਈਆਂ। ਹੋਇ ਪਰਵਾਰਤ ਬ੍ਰਿੰਦ ਥਿਰੇ। ਸਮੂਹ ਸਿੱਖ ਸੰਗਤਾਂ ਸਤਿਗੁਰਾਂ ਦੇ ਪਰਿਵਾਰ ਚਾਰ ਚੁਫੇਰੇ ਖਲੋ ਗਈਆਂ। ਜਨ ਬੀਚ ਸੋ ਪੂਰਨ ਚੰਦ ਸੁਹਾਏ। ਤੇ ਜਿਸ ਤਰ੍ਹਾਂ ਸਮੂਹ ਤਾਰਿਆਂ ਦੇ ਵਿੱਚ ਘਿਰਿਆ ਚੰਦਰਮਾ ਸ਼ੋਭਾ ਪਾਉਂਦਾ ਹੈ, ਇਸ ਤਰ੍ਹਾਂ ਗੁਰਸਿੱਖਾਂ ਰੂਪੀ ਤਾਰਿਆਂ ਵਿੱਚ ਚੰਦਰਮਾ ਸਰੀਖੇ ਸਤਿਗੁਰੂ ਜੀ ਸ਼ੋਭਾ ਪਾ ਰਹੇ ਹੈ। ਦੋਹਰਾ ਸੰਗਤ ਬਿਨਤੀ ਦੀਨ ਹੋਇ। ਬਹੁਤ ਦੀਨ ਤੇ ਆਜਜ਼ ਹੋ ਕਰਕੇ ਸਾਰੀ ਸੰਗਤ ਜਿਹੜੀ ਉਹ ਬੇਨਤੀਆਂ ਕਰਦੀ ਹੈ। ਕਰ ਕਰ ਜੋਰਤ ਹਾਥ। ਦੋਨੋਂ ਹੱਥ ਜੋੜ ਜੋੜ ਸਤਿਗੁਰਾਂ ਦੇ ਅੱਗੋਂ ਪ੍ਰਾਰਥਨਾ ਬੇਨਤੀਆਂ ਕਰਦੀ ਹੈ ਸੰਗਤ। ਰਾਖਿਓ ਸਿਵਰ ਉਤਾਰਤ ਹੈ। ਇਹ ਸਤਿਗੁਰਾਂ ਨੇ ਆਪਣਾ ਸਿਵਰ ਜਿਹੜਾ ਪੜਾ ਹੈ ਉਹ ਗੁਰੂ ਕੇ ਲਾਹੌਰ ਨਗਰ ਦੇ ਵਿੱਚ ਹੀ ਉਤਾਰਾ ਰੱਖਿਆ ਹੈ। ਅਦਕ ਪ੍ਰੀਤ ਕੇ ਸਾਥ। ਇਹ ਸੰਗਤਾਂ ਦੀ ਪ੍ਰੀਤ, ਸੰਗਤਾਂ ਦਾ ਪਿਆਰ, ਸੰਗਤਾਂ ਦਾ ਸਨੇਹ ਵੇਖ ਕੇ ਸਤਿਗੁਰੂ ਜੀ ਕਿੰਨੇ ਦਿਨ ਗੁਰੂ ਕੇ ਲਾਹੌਰ ਨਗਰ ਰਹੇ ਹੈ। ਏਤਕ ਬਾਸੁਰ ਸਤਿਗੁਰੂ। ਕਿੰਨੇ ਕੁ ਦਿਨ ਸਤਿਗੁਰੂ ਜੀ ਕੀਨੋ ਸਿਵਰ ਮੁਕਾਮ। ਗੁਰਾਂ ਸ਼ਿਗਰ ਰੱਖਿਆ ਹੈ, ਪੜਾ ਰੱਖਿਆ ਹੈ। ਵੇਖ ਸੰਗਤ ਕੇ ਭਾਉ ਕੋ। ਸੰਗਤ ਦੇ ਭਾਉ ਕਹੀਏ ਪ੍ਰੇਮ ਨੂੰ ਵੇਖ ਕੇ ਕਰਹਿ ਪੂਰਨੋ ਕਾਮ। ਇਹ ਸੰਗਤਾਂ ਦੀਆਂ ਕਾਮਨਾਵਾਂ, ਸੰਗਤਾਂ ਦੀਆਂ ਇੱਛਾਵਾਂ ਪੂਰਨ ਕਰਦੇ ਆ ਸਤਿਗੁਰੂ ਜੀ। ਕੌਤਕ ਕੌਤਕ ਹੋਤਾ ਅਨੇਕ ਭੇਦ। ਅਨੇਕ ਵਿਧੀਆਂ ਦੇ ਅਨੇਕ ਤਰ੍ਹਾਂ ਦੇ ਕੌਤਕ ਗੁਰੂ ਕੀ ਲਾਹੌਰ ਨਗਰੀ ਵਿੱਚ ਹੋ ਰਹੇ ਹੈ। ਮੇਲਾ ਭਇਓ ਵਿਸ਼ਾਲ। ਬਹੁਤ ਵੱਡਾ ਸੰਗਤ ਦਾ ਮੇਲ, ਸੰਗਤ ਦਾ ਇਕੱਠ ਗੁਰੂ ਕੇ ਲਾਹੌਰ ਨਗਰ ਵਿੱਚ ਹੋਇਆ ਹੋਇਆ ਹੈ। ਧਨ ਖਾਟ ਹੈ ਨਿਜ ਲਾਭ ਕੋ। ਤੇ ਆਪਣਾ ਲਾਭ ਪ੍ਰਾਪਤ ਕਰਦੇ ਜਿਹੜੇ ਦੁਕਾਨਦਾਰ ਹੈ, ਦੁਕਾਨਾਂ ਪਾਈਆਂ ਹੋਈਆਂ ਗੁਰੂ ਹੁਕਮ ਨਾਲ, ਤੇ ਜੋ ਖਰੀਦਣ ਵਾਲੇ ਸਮੱਗਰੀਆਂ ਖਰੀਦਦੇ ਆ ਤੇ ਦੁਕਾਨਦਾਰ ਜਿਹੜੇ ਉਹ ਵੇਚ ਕੇ ਤੇ ਲਾਭ ਖੱਟਦੇ ਆ, ਕਮਾਈ ਪ੍ਰਾਪਤ ਕਰਦੇ ਆ। ਸਤਿਗੁਰ ਪਿਖੈ ਨਿਹਾਲ। ਇਹ ਸਤਿਗੁਰਾਂ ਦੇ ਦਰਸ਼ਨ ਕਰਦੇ ਆ ਤੇ ਨਿਹਾਲ ਕਿਰਤਾਰਥ ਹੁੰਦੇ ਆ। ਦੋਹਰਾ ਕੋਸ਼ਿਸ਼ ਸੂਖਮ ਬਸਨ ਕੀ। ਇਸੇ ਤਰ੍ਹਾਂ ਗੁਰੂ ਰੂਪ ਸਾਧ ਸੰਗਤ
ਬੜੇ ਸੂਖਮ ਪਤਲੇ ਮਹੀਨ ਬਸਤਰ ਦੀ ਜਿਹੜੀ ਪੋਸ਼ਿਸ਼ ਪੁਸ਼ਾਕ ਚੋਲਾ ਹੈ, ਅਦਕ ਜੇ ਬਨੀ ਨਵੀਨ ਜੋ ਨਵੀਆਂ ਬਣੀਆਂ ਹੋਈਆਂ ਸੋਹਣੀਆਂ ਪੁਸ਼ਾਕਾਂ ਹਨ, ਚੋਲੇ ਹੈ। ਨਿਤ ਪਖਾਰਬੋ ਹੋਏ ਤਿਨ ਉਹ ਨਵੇਂ ਸਤਿਗੁਰੂ ਜੀ ਪਾਉਂਦੇ ਐ ਤੇ ਰੋਜ਼ ਹੀ ਉਹਨਾਂ ਦਾ ਗੁਰਸਿੱਖ ਇਸ਼ਨਾਨ ਕਰਵਾਉਂਦੇ, ਰੋਜ਼ ਸਵੱਛ ਬਸਤਰ ਧੋਤੇ ਹੋਏ ਪਹਿਨਦੇ ਐ। ਬਹਿ ਰਹਿ ਗੁਰੂ ਪ੍ਰਵੀਨ ਪ੍ਰਵੀਨ ਕਹੀਏ ਅੰਤਰਜਾਮੀ ਸਤਿਗੁਰੂ ਜੀ। ਸਵਈਆ ਪੀਤ ਦੁਕੂਲ ਧਰੇ ਦੁਤ ਮੂਲ ਫਿਰ ਪੀਤ ਪੀਲੇ ਰੰਗ ਦੇ ਦਕੂਲ ਜਿਹੜੇ ਪਰਨਾ ਹੈ, ਚਾਦਰ ਹੈ, ਉਹ ਵੀ ਸਤਿਗੁਰਾਂ ਧਾਰਨ ਕੀਤਾ। ਅਥਵਾ ਦਕੂਲ ਨਾਮ ਜਿਹੜਾ ਦਸਤਾਰਾ ਹੈ, ਉਹ ਵੀ ਪੀਲੇ ਰੰਗ ਦਾ ਸਤਿਗੁਰਾਂ ਨੇ ਧਾਰਨ ਕੀਤਾ ਹੈ। ਤੁਰੰਗ ਅਰੂੜਤ ਆਪ ਸਿਧਾਰੇ ਇਹ ਸ਼ੋਭਾ ਦੇ ਮੂਲ ਧੰਨ ਕਲਗੀਧਰ ਪਾਤਸ਼ਾਹ ਸਤਿਗੁਰੂ ਜੀ ਘੋੜੇ ਤੇ ਅਸਵਾਰ ਹੋ ਕਰਕੇ ਫਿਰ ਬਾਹਰ ਬਾਜ਼ਾਰ ਵੱਲ ਨੂੰ ਜਾਂਦੇ ਐ। ਜਾਤ ਬਜ਼ਾਰਨ ਵਿੱਚ ਪ੍ਰਭੂ ਗੁਰੂ ਕੇ ਲਾਹੌਰ ਨਗਰ ਦੇ ਬਾਜ਼ਾਰਾਂ ਦੇ ਵਿੱਚ ਜਾਂਦੇ ਐ। ਨਰ ਨਾਰ ਚਾਹੂੰ ਦੇਸ਼ ਬੰਧਨ ਧਾਰੇ ਤੇ ਚਾਰ ਚੁਫੇਰੇ ਤੋਂ ਹੀ ਖਲੋਤੀਆਂ ਸਿੱਖ ਸੰਗਤਾਂ, ਮਨੁੱਖ ਇਸਤਰੀਆਂ ਸਤਿਗੁਰਾਂ ਨੂੰ ਜਿਸ ਵੇਲੇ ਆਉਂਦੀਆਂ ਵੇਂਦੀਆਂ ਤੇ ਹੱਥ ਬੰਦ ਖਲੋ ਜਾਂਦੀਆਂ, ਸਿਰ ਨਿਵਾ ਨਤਮਸਤਕ ਹੁੰਦੀਆਂ ਸੰਗਤਾਂ। ਚੰਚਲ ਚਾਰ ਚਲਾਏ ਫੰਦਾਵਤ ਇਹ ਚੰਚਲ ਜਿਹੜੇ ਚਾਰ ਸੁੰਦਰ ਘੋੜੇ ਐ, ਉਹਨਾਂ ਨੂੰ ਚਲਾਵਤ ਨਾਮ ਚਲਾਉਂਦੇ ਐ ਤੇ ਫੰਦਾਵਤ ਨਾਮ ਫਿਰ ਦੜਾਉਂਦੇ ਐ। ਸ਼ੋਭਤ ਹੈ ਇਸ ਭਾਂਤ ਉਦਾਰੇ ਇਸ ਤਰ੍ਹਾਂ ਬੜੀ ਸ਼ੋਭਾ ਪਾਉਂਦੇ ਆ ਕਲਗੀਧਰ ਪਾਤਸ਼ਾਹ। ਸਾਂਝ ਸਮੈ ਘਨ ਜਿਉ ਚੜ ਮੋਰ ਜਿਵੇਂ ਇਸ ਤਰ੍ਹਾਂ ਗੁਰੂ ਪਿਆਰੀ ਸਾਧ ਸੰਗਤ ਸੰਧਿਆ ਦੇ ਕਾਲ, ਸ਼ਾਮਾਂ ਦੇ ਵੇਲੇ ਬੱਦਲਾਂ ਦੀਆਂ ਕਾਲੀਆਂ ਘਟਾਵਾਂ ਆਕਾਸ਼ ਵਿੱਚ ਚੜ੍ਹਨ ਤੇ ਵੇਖ ਕੇ ਮੋਰ ਨੱਚਦੇ ਐ ਨਾ, ਮੋਰ ਪਹਿਲਾਂ ਪਾਉਂਦੇ ਖੁਸ਼ ਹੁੰਦੇ ਐ। ਇਸੇ ਤਰ੍ਹਾਂ ਬੈ ਜਾਤ ਨਚਾਵਤ ਮਾਰਗ ਸਾਰੇ ਇਸ ਤਰ੍ਹਾਂ ਮਾਰਗ ਰਸਤੇ ਵਿੱਚ ਘੋੜਿਆਂ ਨੂੰ ਨਚਾਉਂਦੇ ਜਾਂਦੇ ਐ ਸਵਾਰ। ਸਤਿਗੁਰੂ ਜੀ ਕਿਉਂ, ਸਤਿਗੁਰੂ ਜੀ ਜਿੱਧਰ ਨੂੰ ਜਾਂਦੇ ਐ ਗੁਰਾਂ ਦੇ ਨਾਲ ਮਾਮਾ ਜੀ ਤੇ ਵਿਸ਼ੇਸ਼ ਕਰਕੇ ਰਹਿੰਦੇ ਹੀ ਐ, ਪਰ ਭੂਆ ਪੁੱਤਰ ਪੰਜੇ ਭਰਾ ਭਾਈ ਇਸੇ ਪ੍ਰਕਾਰ ਜਿਹੜੇ ਗੁਲਾਬ ਰਾਏ ਸਿਆਮ ਦਾਸ ਜਿਹੜੇ ਬਾਬਾ ਸੂਰਜ ਮੱਲ ਜੀ ਦੇ ਪੁੱਤਰ ਹੈ, ਕਲਗੀਧਰ ਪਾਤਸ਼ਾਹ ਸਤਿਗੁਰਾਂ ਦੇ ਜੋ ਭਤੀਜੇ ਲੱਗਦੇ ਹਨ, ਉਹ ਵੀ ਨਾਲ ਜਾਣ। ਹੈ ਹਾਣੀ ਸਤਿਗੁਰਾਂ ਦੇ ਲੱਗਦੇ ਭਤੀਜੇ ਹੈ, ਪਰ ਹੈ ਸਤਿਗੁਰਾਂ ਦੇ ਹਾਣੀ, ਉਹ ਵੀ ਨਾਲ ਜਾਂਦੇ ਐ। ਆਏ ਗਇਓ ਧੁਬੀਆ ਅਗਵਾਏ ਤੇ ਫਿਰ ਇਉਂ ਬਾਜ਼ਾਰ ਦੇ ਵਿੱਚੋਂ ਦੀ ਜਾ ਰਹੇ ਐ, ਤਾਂ ਫਿਰ ਜਿਹੜਾ ਧੋਬੀ ਸੀ ਨਾ, ਬਸਤਰ ਧੋਣ ਵਾਲਾ, ਉਹ ਸਤਿਗੁਰਾਂ ਦੇ ਅੱਗੋਂ ਆ ਗਿਆ। ਦੋ ਕਰ ਜੋਰਤ ਏਵ ਬਖਾਨਾ ਦੋਨੋਂ ਹੱਥ ਜੋੜੇ ਤੇ ਬੇਨਤੀ ਕੀਤੀ ਸਤਿਗੁਰਾਂ ਅੱਗੋਂ। ਰਾਵਰ ਕੇ ਨਿਤ ਚੀਰਾ ਪਖਾਰਤ ਸਤਿਗੁਰੂ ਜੀ ਮੈਂ ਆਪ ਜੀ ਦੇ ਜਿਹੜੇ ਬਸਤਰ ਹੈ ਉਹਨਾਂ ਨੂੰ ਧੋਂਦਾ। ਇਹ ਸੇਵਾ ਮਾਤਾ ਜੀ ਵੱਲੋਂ ਲੱਗੀ ਹੋਈ ਹੈ, ਦਾਸ ਦੀ ਮਾਤਾਵਾਂ ਨੇ ਇਹ ਸੇਵਾ ਜਿਹੜੀ ਆ ਉਹ ਮੈਨੂੰ ਸੌਂਪੀ ਹੋਈ ਹੈ, ਦਿੱਤੀ ਹੋਈ ਹੈ ਕਿ ਰੋਜ਼ ਸਤਿਗੁਰਾਂ ਦੇ ਬਸਤਰ ਧੋਣੇ। ਤੇ ਨਾਲ ਹੀ ਮੈਂ ਆਪ ਜੀ ਦੇ ਆਇਆ ਹਾਂ ਅਨੰਦਪੁਰ ਸਾਹਿਬ ਨਗਰੀ ਤੋਂ ਇੱਥੇ ਵੀ, ਤੇ ਰੋਜ਼ ਆਪ ਜੀ ਦੇ ਬਸਤਰ ਧੋਣ ਦੀ ਮੇਰੀ ਡਿਊਟੀ ਹੈ, ਮੇਰੀ ਸੇਵਾ ਹੈ। ਸੋ ਤਨ ਧਾਰਤ ਹੋ ਹਿਤ ਠਾਨਾ ਜਿਹੜੇ ਬਸਤਰ ਮੈਂ ਧੋਂਦਾ ਹਾਂ ਉਹੀ ਬਸਤਰ ਆਪ ਜੀ ਤੱਕ ਪਹੁੰਚਦੇ ਐ, ਤੇ ਉਹੀ ਬਸਤਰ ਆਪ ਪਹਿਨਦੇ ਹੋ। ਆਏ ਬਰਾਤ ਸਮੇਤ ਇਹਾਂ ਤੇ ਇੱਥੇ ਵੀ
ਬਰਾਤ ਦੇ ਨਾਲ ਹੀ ਪਾਤਸ਼ਾਹ ਮੈਂ ਆ ਗਿਆ, ਗੁਰੂ ਕੇ ਲਾਹੌਰ ਨਗਰ ਆਪ ਜੀ ਦੇ ਨਾਲ ਹੀ। ਮਲਹੀਨ ਸੋ ਨੀਰਾ ਨਹੀਂ ਕਿਛ ਥਾਨਾ। ਤੇ ਇੱਥੇ ਨਿਰਮਲ ਜਲ ਨਹੀਂ ਮਿਲ ਰਿਹਾ ਕਿਤੋਂ। ਮੈਂ ਬਥੇਰਾ ਇੱਧਰ ਘੁੰਮਿਆ ਹਾਂ, ਆਪ ਜੀ ਦੇ ਬਸਤਰ ਧੋਣ ਵਾਸਤੇ ਕੋਈ ਨਿਰਮਲ ਸਵੱਛ ਜਲ ਪ੍ਰਾਪਤ ਹੋਵੇ, ਤੇ ਕਿਧਰੋਂ ਜਲ ਮੈਨੂੰ ਖੁੱਲਾ ਜਲ ਮਿਲਿਆ ਨਹੀਂ ਹੈ, ਲੱਭਾ ਨਹੀਂ ਹੈ। ਹੇਰ ਫਿਰਿਓ ਚਾਹੂੰ ਹੋਰ ਭਲੇ। ਭਲੀ ਪ੍ਰਕਾਰ ਚਾਰ ਚੁਫੇਰੇ ਮੈਂ ਫਿਰਿਆ ਹਾਂ, ਪਰ ਖੁੱਲਾ ਜਲ ਜਿੱਥੇ ਬਸਤਰ ਵੀ ਧੁੱਪ ਸਕਣ ਸਵੱਛ ਚੰਗੀ ਤਰ੍ਹਾਂ, ਉਹ ਮੈਨੂੰ ਲੱਭਾ ਨਹੀਂ। ਨਹਿ ਪ੍ਰਾਪਤ ਭਾ ਚਿਤ ਚਿੰਤ ਮਹਾਨਾ। ਤੇ ਪ੍ਰਾਪਤ ਨਾ ਹੋਣੇ ਕਰਕੇ ਚਿੱਤ ਵਿੱਚ ਮੇਰੇ ਬੜੀ ਚਿੰਤਾ ਹੈ ਕਿ ਕਿਤਨੇ ਦਿਨ ਆਪ ਜੀ ਨੂੰ ਇੱਥੇ ਆਇਆ ਹੋ ਗਏ ਹੈ, ਤੇ ਬਹੁਤ ਜ਼ਿਆਦਾ ਤੇ ਆਪ ਜੀ ਦੇ ਵਸਤਰ ਵੀ ਇੱਥੇ ਲਿਆਂਦੇ ਨਹੀਂ ਗਏ। ਲਿਆਂਦੇ ਤੇ ਬੇਅੰਤ ਹੈ, ਪਰ ਉਹ ਰੋਜ਼ ਦੀ ਰੋਜ਼ ਬਸਤਰ ਆਪ ਜੀ ਬਦਲਦੇ ਹੋ, ਤੇ ਉਹ ਧੋਣ ਵਾਲੇ ਬੜੇ ਜਮਾ ਹੋ ਗਏ ਤੇ ਧੋਤੇ ਜਾ ਨਹੀਂ ਰਹੇ। ਕੋਸ਼ਿਸ਼ ਨੀਤ ਉਤਾਰਤ ਹੋ। ਆਪ ਰੋਜ਼ ਪਿਸ਼ਾਕ ਲਾਉਂਦੇ ਹੋ। ਇਕੱਠੀ ਮਮ ਤੀਰ ਭਈ ਸਮੁਦਾਈ। ਮੇਰੇ ਕੋਲ ਬਹੁਤ ਬਸਤਰ ਇਕੱਠੇ ਹੋ ਗਏ। ਇਕੱਠੇ ਹੋਣ ਦਾ ਕੋਈ ਭੈ ਨਹੀਂ ਹੈ, ਪਰ ਚਿੰਤਾ ਇਸ ਗੱਲ ਦੀ ਹੈ ਕਿ ਜੇ ਹੋਰ ਅਧਿਕ ਦਿਨ ਸੰਗਤਾਂ ਦਾ ਸਨੇਹ ਪਿਆਰ ਵੇਖ ਕੇ ਇੱਥੇ ਰਹੇ, ਤੇ ਫਿਰ ਬਸਤਰ ਮਗਰੋਂ ਪਹਿਨਣ ਵਾਲੇ ਸ਼ੇਸ਼ ਰਹਿਣਗੇ ਨਹੀਂ। ਕਿਉਂਕਿ ਹੁਣ ਭਾਵੇਂ ਨਵੇਂ ਬਸਤਰ ਸੰਗਤਾਂ ਲੈ ਕੇ ਆਉਂਦੀਆਂ ਹਨਗੀਆਂ, ਪਰ ਆਪ ਜੀ ਦੇ ਮੇਚੇ ਦੇ ਦਰਜੀ ਦੁਆਰਾ ਜਿਹੜੇ ਸਿਲੇ ਹੋਏ ਬਸਤਰ ਅਧਿਕ ਹੋਰ ਨਹੀਂ ਹੈ। ਤੇ ਚਿੰਤਾ ਮੇਰੇ ਮਨ ਵਿੱਚ ਕਿ ਮੈਂ ਧੋ ਨਹੀਂ ਪਾ ਰਿਹਾ ਆਪ ਜੀ ਦੇ ਬਸਤਰ ਜਿਹੜੇ ਹੈ, ਉਹਨਾਂ ਨੂੰ ਮੈਂ ਧੋ ਨਹੀਂ ਪਾ ਰਿਹਾ, ਇਹ ਚਿੰਤਾ ਹੈ ਮੈਨੂੰ। ਆਪ ਕਰੋ ਅਬ ਆਏ ਸੋ ਜਾਂ ਬੇਦ। ਆਪ ਜੀ ਕਿਰਪਾ ਕਰਕੇ ਆਗਿਆ ਦੇ ਦਿਓ। ਤਿਉ ਕਰਹੁ ਪਟ ਹੇਤ ਉਪਾਈ। ਮੈਂ ਉਹੀ ਉਪਾਅ ਕਰ ਲਵਾਂਗਾ ਜਿਵੇਂ ਆਪ ਜੀ ਦਾ ਹੁਕਮ ਹੋਵੇਗਾ। ਜੇ ਆਗਿਆ ਹੋਵੇ ਤੇ ਸ੍ਰੀ ਅਨੰਦਪੁਰ ਸਾਹਿਬ ਨਗਰੀ ਤੋਂ ਜਾ ਕੇ ਧੋ ਲਿਆਉਂਦੇ ਹਾਂ। ਆਪ ਜੀ ਹੁਕਮ ਕਰੋ, ਜਿਵੇਂ ਆਪ ਜੀ ਦੀ ਆਗਿਆ ਹੋਵੇਗੀ। ਬਸਤਰ ਬੜੇ ਜਮਾ ਹੋ ਗਏ ਧੋਣ ਵਾਲੇ। ਸ੍ਰੀ ਕਲਗੀਧਰ ਬੇਨਤੀ ਕੋ। ਜਦੋਂ ਕਲਗੀਧਰ ਪਾਤਸ਼ਾਹ ਸਤਿਗੁਰਾਂ ਨੇ ਇਹ ਬੇਨਤੀ ਸੁਣੀ ਹੈ, ਸੁਨ ਸੈਲ ਸਮੀਪ ਗਏ ਤਿਸ ਥਾਈ। ਇਹ ਸਤਿਗੁਰੂ ਜੀ ਬੇਨਤੀ ਸੁਣ ਕੇ ਤੇ ਨਿਕਟੀ ਇੱਕ ਸੈਲ ਹੈ, ਪਹਾੜ ਹੈ, ਉਹ ਪਹਾੜ ਦੇ ਕੋਲ ਗਏ ਹੈ। ਸੰਗ ਕਿਰਪਾਲ ਹੈ ਮਾਨਵ ਜਾਲ ਹੈ। ਮਾਮਾ ਕਿਰਪਾਲ ਚੰਦ ਜੀ ਨਾਲ, ਹੋਰ ਮਨੁੱਖ ਤਥਾ ਸਿੱਖ ਸੰਗਤਾਂ ਨਾਲ ਹਨ। ਧੋਬੀ ਸੋ ਨਾਲ ਹੈ ਜਾਹੇ ਜਨਾਈ। ਧੋਬੀ ਵੀ ਨਾਲ ਨਾਲ ਤੁਰਿਆ ਜਾ ਰਿਹਾ, ਜਿਹਨੇ ਬੇਨਤੀ ਕੀਤੀ ਹੈ ਜਲ ਬਾਬਤ। ਸੰਗੋ ਕੇ ਹਾਥ ਹੋ ਤੋ ਬਰਸ਼ਾ। ਭਾਈ ਸੰਗੋ ਸ਼ਾਹ ਭੂਆ ਪੁੱਤਰ ਭਰਾ ਸਤਿਗੁਰਾਂ ਦੇ, ਉਹਨਾਂ ਦੇ ਹੱਥ 'ਚ ਬਰਸ਼ਾ ਸੀ। ਹਲ ਤੀਸ਼ਨ ਭੀਸ਼ਨ ਮਾਨ ਫਨੀ। ਤੇ ਬੜਾ ਤੀਸ਼ਨ ਤਿੱਖਾ ਸੀ ਉਹ ਬਰਸ਼ਾ, ਭੀਸ਼ਨ ਭਿਆਨਕ ਸੀ। ਤੇ ਫਿਰ ਫਨੀ, ਜਿਵੇਂ ਕਾਲਾ ਫਨੀਰ ਨਾਗ ਹੁੰਦਾ ਹੈ ਨਾ, ਇਉਂ ਉਹ ਫਲਾਦੀ ਉਹਦਾ ਜਿਹੜਾ ਫਲ ਸੀ ਬਰਸ਼ੇ ਦਾ, ਤੇ ਬੜਾ ਪੱਕਾ ਬਰਸ਼ਾ ਸੀ ਤੇ ਬਹੁਤ ਵੱਡਾ ਬਰਸ਼ਾ ਸੀ। ਸ੍ਰੀ ਕਲਗੀਧਰ ਹਾਥ ਮੈਂ ਲੀਨ। ਘੋੜੇ ਤੇ ਸਵਾਰ ਕਲਗੀਧਰ ਪਾਤਸ਼ਾਹ ਸਤਿਗੁਰਾਂ ਨੇ ਉਹ ਜਿਹੜਾ ਬਰਸ਼ਾ ਹੈ ਉਹ ਆਪਣੇ ਹੱਥ ਵਿੱਚ ਪਕੜ ਲਿਆ, ਫੜ ਲਿਆ। ਪਰਮਾਏ ਕੈ ਨੀਚੇ ਕੋ ਕੀਨ ਅਨੇ। ਤੇ ਹੱਥ ਵਿੱਚ ਪਕੜ ਕੇ ਭਰਮਾਇਆ ਹੈ, ਘਮਾਇਆ ਹੈ। ਤੇ ਜਿਹੜੀ ਬਰਸ਼ੇ ਦੀ ਅਣੀ ਹੈ, ਬਰਸ਼ੇ ਦੀ ਮੁਖੀ ਹੈ, ਬਰਸ਼ੇ ਦਾ ਫਲ ਹੈ, ਉਹ ਥੱਲੇ ਨੂੰ ਕਰ ਲਿਆ ਹੈ।
ਦੇਖਤ ਹੈ ਚਹੁ ਓਰ ਕਨੇ ਜਨ। ਬਹੁਤ ਜਨ, ਬਹੁਤ ਲੋਕ, ਬਹੁਤ ਸੰਗਤਾਂ ਉੱਥੇ ਵੇਖ ਰਹੀਆਂ ਹਨ। ਤੋਲ ਕੈ ਓਜ ਤੇ ਭੂਮ ਹਨੀ। ਆਪਣੇ ਹੱਥ ਵਿੱਚ ਬਰਸ਼ਾ ਤੋਲਿਆ ਹੈ, ਫਿਰ ਓਜ ਬਲ ਦੇ ਨਾਲ ਕਲਗੀਧਰ ਪਾਤਸ਼ਾਹ ਸਤਿਗੁਰ ਇੱਕੇ ਹੱਥ ਨਾਲ, ਇੱਕ ਹੱਥ ਵਿੱਚ ਤੇ ਘੋੜੇ ਦੀਆਂ ਵਾਗਾਂ ਪਕੜੀਆਂ ਹੋਈਆਂ, ਇੱਕੇ ਹੱਥ ਦੇ ਨਾਲ ਕਲਗੀਧਰ ਪਾਤਸ਼ਾਹ ਸਤਿਗੁਰਾਂ ਨੇ ਓਜ ਨਾਲ, ਬਲ ਨਾਲ ਉਹ ਬਰਸ਼ਾ ਤਲੇ ਪਹਾੜ ਦੇ ਵਿੱਚ, ਪੱਥਰ ਵਿੱਚ ਮਾਰਿਆ। ਦੀਹ ਗੱਡਿਓ ਡਿੜ ਠਾੜ ਪਇਓ। ਦੀ ਨਾਮ ਬਹੁਤ ਜ਼ਿਆਦਾ ਵਿੱਚ ਗੱਡਿਆ ਗਿਆ ਬਰਸ਼ਾ, ਤੇ ਬਹੁਤ ਜ਼ਿਆਦਾ ਗੱਡਿਆ ਜਾਣੇ ਕਰਕੇ ਬਰਸ਼ਾ ਜਿਹੜਾ ਉਹ ਖਲੋ ਗਿਆ, ਹੱਥ ਛੱਡਣ ਤੋਂ ਵੀ ਖਲੋਤਾ ਹੈ। ਤਬ ਸ਼੍ਰੀ ਮੁਖ ਤੇ ਸਭ ਸੰਗ ਪਨੀ। ਇਸ ਭਾਏਮਾਨ ਮੁਖਾਰਬਿੰਦ ਤੋਂ ਸਤਿਗੁਰਾਂ ਨੇ ਸਾਰਿਆਂ ਦੇ ਤਾਈਂ ਕਿਹਾ, ਐਚ ਨਿਕਾਸਹ ਓਜ ਪ੍ਰਕਾਸ਼ਹ। ਕਿ ਗੁਰਸਿੱਖੋ ਇਹ ਬਰਸ਼ਾ ਖਿੱਚ ਕੇ ਕੱਢ ਲਓ, ਆਪਣਾ ਓਜ ਬਲ ਜਿਹੜਾ ਉਹ ਪ੍ਰਕਾਸ਼ ਕਰੋ, ਭਾਵ ਬਲ ਲਾਓ, ਤੇ ਬਲ ਲਾ ਕੇ ਬਰਸ਼ਾ ਕੱਢੋ। ਹੁਣ ਨੀਰ ਭਲੋ ਨਿਕਸੈ ਇਸ ਨੀਚੇ। ਤਾਂ ਇਹਦੇ ਨੀਚੋਂ, ਇਹਦੇ ਥੱਲਿਓਂ ਬਹੁਤ ਸੁੰਦਰ ਨਿਰਮਲ ਸਵੱਛ ਜਲ ਜਿਹੜਾ ਹੈ ਉਹ ਨਿਕਲੇਗਾ, ਪ੍ਰਾਪਤ ਹੋਵੇਗਾ। ਸੰਗੋ ਤੁਰੰਗ ਤੇ ਜਿਉ ਉਤਰਿਓ। ਤੇ ਸੁਣਦਿਆਂ ਹੀ ਬੜਾ ਮਨ ਦੇ ਵਿੱਚ ਬਲ ਦਾ, ਪੌਰਸ਼ ਦਾ ਮਨ ਵਿੱਚ ਅਭਿਮਾਨ ਵੀ ਹੈ, ਕਿਉਂਕਿ ਕਲਗੀਧਰ ਪਾਤਸ਼ਾਹ ਸਤਿਗੁਰੂ ਜੀ ਹਾਲੇ ਸਰੀਰਕ ਤਲ ਤੇ ਕਿਸ਼ੋਰਾ ਅਵਸਥਾ 'ਚ ਹੀ ਹੈ, ਤੇ ਭਾਈ ਸੰਗੋ ਸ਼ਾਹ ਜੀ ਤਾਂ ਜਵਾਨ ਹੈ, ਸਰੀਰਕ ਬਲ ਪੂਰਾ ਹੈ, ਯੁਵਾ ਅਵਸਥਾ ਹੈ, ਸਰੀਰ ਬਲਿਸ਼ਟ ਹੈ, ਬਲੀ ਹੈ ਭਾਈ ਸੰਗੋ ਸ਼ਾਹ ਜੀ ਦਾ। ਚੌੜੀ ਛਾਤੀ ਹੈ, ਉੱਚਾ ਲੰਮਾ ਕੱਦ ਹੈ, ਬੜਾ ਬਲ ਹੈ, ਤੇ ਬਲ ਦੀ ਅੰਗਤਾ ਵੀ ਹੈ। ਤੇ ਘੋੜੇ ਤੋਂ ਥੱਲੇ ਉਤਰੇ, ਮੈਂ ਪੁੱਟ ਦੇਣਾ, ਇਹ ਕਿਹੜੀ ਗੱਲ ਹੈ। ਬਲ ਧਾਰ ਵਿਸਾਲ ਕੋ ਉਪਰ ਖੀਚੇ। ਇਹ ਬੜਾ ਬਲ ਧਾਰਨ ਕਰਕੇ ਭਾਈ ਸੰਗੋ ਸ਼ਾਹ ਜੀ ਬਰਸ਼ਾ ਤਾਂ ਨੂੰ ਖਿੱਚਣ ਲੱਗੇ ਐ। ਸੋ ਨਾ ਪਟਿਓ ਬਿਸਮਾਏ ਹਟਿਓ। ਪਰ ਪੁੱਟਿਆ ਨਹੀਂ ਗਿਆ। ਭਾਈ ਸੰਗੋ ਸ਼ਾਹ ਜੀ ਨੇ ਪੂਰਾ ਆਪਣਾ ਬਲ ਲਾ ਲਿਆ ਹੈ, ਪਰ ਬਰਸ਼ਾ ਪੁੱਟਿਆ ਨਹੀਂ ਗਿਆ। ਪੁੱਟਿਆ ਨਹੀਂ ਗਿਆ ਤੇ ਫਿਰ ਪਿਛਾਂ ਹਟ ਗਏ ਐ, ਨੇਤਰ ਨੀਵੇਂ ਕਰ ਲਏ ਐ। ਵੱਡ ਪਰਾਕਰਮ ਜਾਨ ਲਿਓ ਗੁਰ ਵਿਚੇ। ਇਹ ਜਾਣ ਲਿਆ ਕਿ ਕਲਗੀਧਰ ਪਾਤਸ਼ਾਹ ਸਤਿਗੁਰਾਂ ਵਿੱਚ ਬਹੁਤ ਵੱਡਾ ਪਰਾਕਰਮ ਹੈ, ਬਹੁਤ ਵੱਡਾ ਬਲ ਹੈ। ਮੈਂ ਤਰਨਾਪਨ ਕੋ ਅਬ ਪ੍ਰਾਪਤ। ਮੇਰਾ ਸਰੀਰ ਪੂਰੀ ਤਰਨ ਅਵਸਥਾ ਵਿੱਚ, ਪੂਰਨ ਯੁਵਾ ਅਵਸਥਾ ਵਿੱਚ ਹਾਂ ਮੈਂ ਹੁਣ। ਇਹ ਲਗ ਬੈਸ ਨਹੀਂ ਬਲ ਸੀਚੇ। ਇਹਨਾਂ ਦੀ ਸਰੀਰ ਦੀ ਜਿਹੜੀ ਉਮਰ ਹੈ ਉਹ ਹਾਲੇ ਲਗ ਹੈ, ਛੋਟੀ ਹੈ, ਕਿਸ਼ੋਰਾ ਅਵਸਥਾ ਵਿੱਚ ਵੀ ਪੂਰੇ ਨਹੀਂ, ਹਲੇ ਤੇ ਬਾਲਕ ਹੀ ਹੈ। ਪਰ ਬਲ ਸਿੰਚੇ, ਬਲ ਇਹਨਾਂ ਵਿੱਚ ਬਹੁਤ ਹੈ, ਪੌਰਸ਼ ਇਹਨਾਂ ਵਿੱਚ ਬਹੁਤ ਜ਼ਿਆਦਾ। ਇਹਨਾਂ ਬਰਸ਼ਾ ਮਾਰਿਆ ਜੋ ਪੱਥਰ ਨੂੰ ਪਾੜ ਕੇ ਵਿੱਚ ਖੁੱਭ ਗਿਆ ਇੱਕੇ ਹੱਥ ਨਾਲ ਹੀ, ਤੇ ਮੈਂ ਪੂਰਾ ਬਲ ਲਾ ਕੇ ਆ ਗਿਆ, ਮੇਰੇ ਕੋਲੋਂ ਬਰਸ਼ਾ ਪੁੱਟਿਆ ਵੀ ਨਹੀਂ ਗਿਆ। ਸੋ ਧੰਨ ਹਨ ਕਲਗੀਧਰ ਪਾਤਸ਼ਾਹ, ਇਹਨਾਂ ਵਰਗਾ ਬਲ ਕਿਸੇ ਵਿੱਚ ਨਹੀਂ ਹੈ। ਇਸ ਤਰ੍ਹਾਂ ਕਲਗੀਧਰ ਪਾਤਸ਼ਾਹ ਸਤਿਗੁਰਾਂ ਦੁਆਰਾ ਇਹ ਗੱਡਿਆ ਹੋਇਆ ਬਰਸ਼ਾ ਨਾ ਤੇ ਭਾਈ ਸੰਗੋ ਸ਼ਾਹ ਜੀ ਕੋਲੋਂ ਪੁੱਟਿਆ ਗਿਆ ਹੈ, ਤੇ ਨਾ ਹੀ ਆਨੇ ਕਿਸੇ ਹੋਰ ਕੋਲੋਂ ਹੀ ਇਹ ਬਰਸ਼ਾ ਜਿਹੜਾ ਇਹ ਪੁੱਟਿਆ ਗਿਆ ਹੈ। ਸੋ ਸਾਧ ਸੰਗਤ ਸਮੇਂ ਦੀ ਸਮਾਪਤੀ ਹੈ, ਕਥਾ ਵਿਚਾਰ ਦੀ ਇੱਥੇ ਸਮਾਪਤੀ ਕਰਦੇ ਹਾਂ। ਤੁਛ ਬੁੱਧੀ ਹੈ ਦਾਸਾਂ ਦੀ ਸੁਭਾਵਕ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ। ਸੰਗਤ ਬਖਸ਼ਣ ਯੋਗ ਹੈ, ਕਿਰਪਾ ਕਰਕੇ ਬਖਸ਼ ਲੈਣਾ। ਨਾਲ ਹੀ ਆਪ ਸੰਗਤਾਂ ਦੇ ਹਿਰਦਿਆਂ ਅੰਦਰ ਗਿਆਤ ਹੋਵੇ। ਸਾਧ ਸੰਗਤ ਅੱਜ ਚੇਤਰ ਸੁਦੀ ਏਕਮ ਵਾਲਾ ਦਿਨ, ਤੇ ਸਾਧ ਸੰਗਤ
1609 ਬਿਕਰਮੀ ਸੁਦੀ ਏਕਮ ਚੇਤਰ ਸੁਦੀ ਏਕਮ ਵਾਲੇ ਦਿਨ ਸੇਵਾ ਦੇ ਪੁੰਜ ਭੱਲਿਆਂ ਦੇ ਸਿਰਮੌਰ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਨੂੰ ਖਡੂਰ ਸਾਹਿਬ ਵਿਖੇ ਧੰਨ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੇ ਗੁਰਤਾ ਦਾ ਸਿੰਘਾਸਨ ਬਖਸ਼ ਕੇ ਨਿਵਾਜਿਆ ਤੇ ਬੇਅੰਤ ਵਰ ਬਖਸ਼ੇ ਸਨ ਕਿ ਤੁਸੀਂ ਨਿਥਾਵੇਂ ਨਹੀਂ ਹੋ। ਜੁਲਾਹਾ ਜੁਲਾਈ ਕਹਿੰਦੇ ਸੀ ਨਾ, ਜਿਹੜਾ ਜੁਲਾਹਾ ਤੇ ਜੁਲਾਈ ਸੀ, ਉਹਨਾਂ ਕਿਹਾ ਸੀ ਇਹ ਅੱਧਾ ਨਾਂ ਲੈ ਕੇ ਕਿ ਨਿਥਾਵਾਂ ਤੁਰਿਆ ਫਿਰਦਾ, ਕੁੜਮਾਂ ਦੇ ਘਰੇ ਨਿਥਾਵਾਂ ਤੁਰਿਆ ਫਿਰਦਾ। ਤੇ ਸਤਿਗੁਰਾਂ ਨੇ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੇ ਉਸ ਵੇਲੇ ਨਾਲੇ ਗੁਰਤਾ ਸਿੰਘਾਸਨ ਬਖਸ਼ਿਆ, ਨਾਲੇ ਵਰ ਦਿੱਤੇ ਸਨ ਕਿ ਤੁਸੀਂ ਨਿਥਾਵੇਂ ਨਹੀਂ ਹੋ। ਇਹ ਤਾਂ ਨਾਲੇ ਜੁਲਾਹੇ ਜੁਲਾਹੇ ਨੂੰ ਸੱਦ ਕੇ ਦੱਸਿਆ, ਸਾਰੀ ਸੰਗਤ ਵਿੱਚ ਕਿਹਾ ਇਹ ਨਿਥਾਵੇਂ ਨਹੀਂ, ਨਿਥਾਵਿਆਂ ਦੇ ਥਾਂ ਹਨ, ਨਿਮਾਣਿਆਂ ਦੇ ਮਾਣ ਹਨ, ਨਿਓਟਿਆਂ ਦੀ ਓਟ ਹਨ, ਨਿਆਸਰਿਆਂ ਦੇ ਆਸਰੇ ਹਨ, ਨਿਗਤਿਆਂ ਦੀ ਗਤ ਹਨ, ਨਿਪੱਤਿਆਂ ਦੀ ਪੱਤ ਹਨ, ਧਰਿਆਂ ਦੀ ਧਿਰ ਹਨ, ਨਿਆਸਰਿਆਂ ਦੇ ਆਸਰੇ ਹਨ। ਇਉਂ ਸਤਿਗੁਰਾਂ ਨੇ ਬਖਸ਼ਿਸ਼ਾਂ ਕੀਤੀਆਂ, ਵਰ ਦਿੱਤੇ ਤੇ ਗੁਰਤਾ ਦਾ ਸਿੰਘਾਸਨ ਬਖਸ਼ ਕੇ ਗੁਰੂ ਪਦਵੀ ਤੇ ਸਥਾਪਿਤ ਕਰਕੇ ਨਿਵਾਜਿਆ ਧੰਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਨੂੰ। ਸੋ ਧੰਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਦਾ ਅੱਜ ਗੁਰਤਾ ਗੱਦੀ ਸਿੰਘਾਸਨ ਅਰੂੜ ਹੋਣ ਦਾ ਪਵਿੱਤਰ ਦਿਹਾੜਾ ਹੈ। ਇਸ ਦਿਹਾੜੇ 'ਤੇ ਗੁਰੂ ਦਰਬਾਰਾਂ ਦੀਆਂ ਹਾਜ਼ਰੀਆਂ ਆਪ ਸੰਗਤਾਂ ਲਵਾ ਰਹੇ ਹੋ। ਗੁਰੂ ਪਾਤਸ਼ਾਹ ਕਿਰਪਾ ਕਰਨ, ਸਭ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨ। ਸੋ ਇਤਨੀਆਂ ਬੇਨਤੀਆਂ ਪ੍ਰਵਾਨਣੀਆਂ ਹੋਈਆਂ, ਭੁੱਲਾਂ ਚੁੱਕਾਂ ਦੀ ਮਾਹੀ ਬਖਸ਼ੇ ਕਰਨੀ। ਗੁਰੂ ਕਿਰਪਾ ਕਰਨ, ਸਾਰੀ ਸੰਗਤ ਦੇ ਲੋਕ ਸੁਖੀਏ ਪ੍ਰਲੋਕ ਸੁਹੇਲੇ ਕਰਨ। ਸੋ ਨਾ ਪਟਿਓ ਬਿਸਮਾਏ ਹਟਿਓ, ਵੱਡ ਪਰਾਕਰਮ ਜਾਨ ਲਿਓ ਗੁਰ ਬੀਜੇ। ਮੈਂ ਤਰੁਣਾਪਨ ਕੋ ਅਬ ਪ੍ਰਾਪਤ, ਇਹ ਲਗ ਬੈਸ ਨਹੀਂ ਬਲ ਸੀਚੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।